गुड मॉर्निंग एवरीवन। ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਹੈ ਸਿਸਟਮ ਡਿਵੈਲਪਮੈਂਟ ਲਾਈਫ ਸਾਈਕਲ। ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਜੋ ਪਿਛਲੇ ਪ੍ਰੀਵੀਅਸ ਲੈਕਚਰ ਦੇ ਵਿੱਚ ਡਿਸਕਸ ਕੀਤਾ ਸੀ ਉਹ ਸਿਸਟਮ ਕੀ ਹੁੰਦਾ ਹੈ ਔਰ ਸਿਸਟਮ ਦੇ ਕੰਪੋਨੈਂਟਸ, ਸਿਸਟਮ ਦੇ ਕੌਨਸਟੈਂਟਸ ਐਂਡ ਟਾਈਪਸ ਆਫ ਸਿਸਟਮ। ਇਹ ਤੁਹਾਡਾ ਸਿਸਟਮ ਐਨਾਲਿਸਿਸ ਐਂਡ ਡਿਜ਼ਾਈਨ ਐਂਡ ਮੋਰ ਓਵਰ ਸੌਫਟਵੇਅਰ ਇੰਜੀਨੀਅਰਿੰਗ ਦਾ ਇੱਕ ਕੰਸੈਪਟ ਹੈ, ਇੱਕ ਪ੍ਰੋਸੈਸ ਹੈ ਸਿਸਟਮ ਡਿਵੈਲਪਮੈਂਟ ਲਾਈਫ ਸਾਈਕਲ। ਇਹ ਕੀ ਹੈ? ਇੱਕ ਤੁਹਾਡੀ ਪ੍ਰੋਸੈਸ ਹੈ ਜਿਹਦੇ ਅਕੋਰਡਿੰਗ ਹਰ ਇੱਕ ਤੁਹਾਡਾ ਪ੍ਰੋਜੈਕਟ ਹੈ ਜੋ ਇਸ ਫੇਜ਼ ਦੇ ਅੰਡਰ ਹੋ ਕੇ ਹੀ ਤੁਹਾਡਾ ਇੱਕ ਪ੍ਰੋਜੈਕਟ ਰੈਡੀ ਹੁੰਦਾ, ਚਾਹੇ ਤੁਹਾਡੀ ਸੌਫਟਵੇਅਰ ਹੈ ਚਾਹੇ ਕੁਛ ਵੀ ਹੈ ਤੁਹਾਡਾ, ਉਹ ਤੁਹਾਡੇ ਇਹ ਸਾਰੀ ਪ੍ਰੋਸੈਸ ਦੇ ਅੰਡਰ ਹੋ ਕੇ ਹੀ ਇਹ ਤੁਹਾਡਾ ਪ੍ਰੋਜੈਕਟ ਇੱਕ ਕ੍ਰੀਏਟ ਹੁੰਦਾ। ਸਿਸਟਮ ਡਿਵੈਲਪਮੈਂਟ ਲਾਈਫ ਸਾਈਕਲ, ਉਸਦਾ ਲਾਈਫ ਸਾਈਕਲ ਹੈ ਕਿੱਦਾਂ ਸਟਾਰਟਿੰਗ ਹੁੰਦੀ ਹੈ, ਇਨੀਸ਼ੀਅਲ ਸਟੇਜਸ ਕਿਹੜੀਆਂ ਨੇ, ਕੀ ਉਸਦੀ ਰਿਸਪੋਂਸੀਬਿਲਿਟੀ ਹੈ, ਇਸ ਤੋਂ ਬਾਅਦ ਐਂਡ ਐਂਡਿੰਗ ਪੁਆਇੰਟ ਉਸਦਾ ਕਿੱਥੇ ਹੈ। ਠੀਕ ਹੈ ਜੀ। ਤਾਂ ਸਿਸਟਮ ਡਿਵੈਲਪਮੈਂਟ ਲਾਈਫ ਸਾਈਕਲ ਅਗੇਨ 2 ਪਾਰਟਸ ਦੇ ਹੁੰਦੇ ਜੀ, ਡਿਸਕ੍ਰਿਪਟਿਵ ਮਾਡਲ ਐਂਡ ਪ੍ਰਿਸਕ੍ਰਿਪਟਿਵ ਮਾਡਲ। ਡਿਸਕ੍ਰਿਪਟਿਵ ਮਾਡਲ ਦੇ ਵਿੱਚ ਕੀ ਹੁੰਦਾ ਤੁਹਾਡਾ, ਇਹ ਡਿਸਕ੍ਰਾਈਬ ਕਰਦਾ ਹੈ ਹਿਸਟਰੀ ਆਫ ਹੈ ਹਾਊ ਸਿਸਟਮ ਡਿਵੈਲਪਡ, ਤੁਹਾਡਾ ਸਿਸਟਮ ਕਿੱਦਾਂ ਡਿਵੈਲਪ ਹੋਇਆ ਸੀ ਉਹਦੀ ਹਿਸਟਰੀ ਕ੍ਰੀਏਟ ਕਰਦਾ ਹੈ। ਇਹ ਮੋਸਟ ਆਫ ਤੁਹਾਡਾ ਜਿਹੜਾ ਡਿਸਕ੍ਰਿਪਟਿਵ ਮਾਡਲ ਹੈ ਇਹ ਯੂਜ਼ ਹੁੰਦਾ ਜੀ ਸੌਫਟਵੇਅਰ ਡਿਵੈਲਪਮੈਂਟ ਨੂੰ ਅੰਡਰਸਟੈਂਡ ਕਰਨ ਵਾਸਤੇ। ਠੀਕ ਹੈ ਜੀ, ਅੰਡਰਸਟੈਂਡ ਕਰਨ ਵਾਸਤੇ ਤਾਂ ਜੋ ਆਪਾਂ ਇੰਪਲੀਮੈਂਟ ਅੱਗੇ ਕਿਵੇਂ ਉਸ ਤੋਂ ਸਿੱਖ ਕੇ ਅੱਗੇ ਆਪਾਂ ਕਿਵੇਂ ਬਣਾ ਸਕਦੇ ਹਾਂ। ਠੀਕ ਹੈ ਜੀ। ਜੋ ਤੁਹਾਡਾ ਪ੍ਰਿਸਕ੍ਰਿਪਟਿਵ ਮਾਡਲ ਹੈ ਇਹ ਤੁਹਾਡਾ ਡਿਸਕ੍ਰਾਈਬ ਕਰਦਾ ਹੈ ਵੀ ਤੁਹਾਡਾ ਨਵਾਂ ਜਿਹੜਾ ਨਿਊ ਸੌਫਟਵੇਅਰ ਹੈ ਉਹ ਕਿੱਦਾਂ ਡਿਵੈਲਪ ਹੋ ਸਕਦਾ ਹੈ। ਠੀਕ ਹੈ ਜੀ, ਹਾਊ ਸਿਸਟਮ ਸ਼ੁੱਡ ਬੀ ਡਿਵੈਲਪਡ, ਨਿਊ ਸੌਫਟਵੇਅਰ ਹੈ ਤੁਹਾਡਾ ਉਹ ਇਹਦੇ ਅਕੋਰਡਿੰਗ ਹੀ ਤੁਹਾਡਾ ਬਣੇਗਾ ਪ੍ਰਿਸਕ੍ਰਿਪਟਿਵ। ਉਹਦੇ ਵਿੱਚ ਤੁਹਾਡੀਆਂ ਗਾਈਡਲਾਈਨਸ ਹੁੰਦੀਆਂ ਨੇ ਸਟਾਰਟਿੰਗ ਟੂ ਐਂਡਿੰਗ ਤੱਕ, ਵੀ ਕਿੱਦਾਂ ਤੁਹਾਡੀ ਰਿਕੁਆਇਰਮੈਂਟ ਹੋਏਗੀ, ਕਿੱਦਾਂ ਤੁਹਾਡੀ ਅਗੇਨ ਹਰ ਇੱਕ ਫੇਜ਼ ਦੇ ਵਿੱਚ ਤੁਹਾਡੀ ਵਰਕਿੰਗ ਹੋਗੀ, ਉਹ ਸਾਰਾ ਤੁਹਾਡਾ ਜਿਹੜਾ ਡਿਟੇਲ ਹੋਏਗਾ ਇਸ ਪ੍ਰਿਸਕ੍ਰਿਪਟਿਵ ਮਾਡਲ ਵਿੱਚ ਕਲੀਅਰ ਹੁੰਦਾ। ਠੀਕ ਹੈ ਜੀ। ਤਾਂ ਸਿਸਟਮ ਡਿਵੈਲਪਮੈਂਟ ਲਾਈਫ ਸਾਈਕਲ ਦੇ ਤੁਹਾਡੇ ਫੇਜ਼ਸ ਨੇ, ਹਰ ਇੱਕ ਫੇਜ਼ ਜਿਹੜਾ ਕੰਪਲਸਰੀ ਹੈ, ਹਰ ਇੱਕ ਫੇਜ਼ ਇੰਪੋਰਟੈਂਟ ਹੈ, ਹਰ ਇੱਕ ਫੇਜ਼ ਦੀ ਆਊਟਪੁੱਟ ਨੈਕਸਟ ਫੇਜ਼ ਦੀ ਇਨਪੁੱਟ ਐਜ਼ ਏ ਕੰਮ ਕਰਦੀ ਹੈ। ਠੀਕ ਹੈ ਜੀ। ਇਸ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਤੁਹਾਡਾ ਰਿਕੁਆਇਰਮੈਂਟ ਫੇਜ਼। ਰਿਕੁਆਇਰਮੈਂਟ ਫੇਜ਼ ਦੇ ਵਿੱਚ ਕੀ ਹੈ, ਜਦੋਂ ਕਿਸੇ ਵੀ ਆਪਾਂ ਨੂੰ ਪ੍ਰੋਜੈਕਟ ਦੀ ਲੋੜ ਪੈਂਦੀ ਹੈ ਜਾਂ ਪ੍ਰੋਡਕਟ ਦੀ ਲੋੜ ਪੈਂਦੀ ਹੈ, ਆਪਾਂ ਮੋਰ ਓਵਰ ਐਗਜ਼ਾਮਪਲ ਲੈ ਕੇ ਚੱਲੀਏ, ਆਪਣਾ ਕੋਈ ਸੌਫਟਵੇਅਰ ਆਪਾਂ ਨੂੰ ਯੂਜ਼ ਹੁੰਦਾ ਹੈ ਤਾਂ ਇੱਕ ਤੁਹਾਡਾ ਡਿਵੈਲਪਰ ਹੁੰਦਾ, ਇੱਕ ਤੁਹਾਡਾ ਤੁਸੀਂ ਯੂਜ਼ਰ ਹੁੰਦੇ ਹੋ। ਠੀਕ ਹੈ ਜੀ। ਉਸ ਦੇ ਵਿੱਚ ਰਿਕੁਆਇਰਮੈਂਟ ਕੀ ਹੈ ਤੁਹਾਡੀ, ਇੱਕ ਤੁਸੀਂ ਰਿਕੁਆਇਰਮੈਂਟ ਦਿਓਗੇ ਕਿ ਮੈਨੂੰ ਇੱਦਾਂ ਦਾ ਇੱਕ ਪ੍ਰੋਡਕਟ ਚਾਹੀਦਾ ਹੈਗਾ, ਕਿਹਨੂੰ ਦਿਓਗੇ? ਡਿਵੈਲਪਰ ਨੂੰ ਜਾਂ ਪ੍ਰੋਜੈਕਟ ਮੈਨੇਜਰ ਨੂੰ। ਠੀਕ ਹੈ ਜੀ। ਤੁਹਾਡੀਆਂ ਰਿਕੁਆਇਰਮੈਂਟ ਕਲੀਅਰ ਹੋਣੀਆਂ ਚਾਹੀਦੀਆਂ ਉਸ ਦੇ ਵਿੱਚ, ਇਹ ਨਹੀਂ ਤੁਸੀਂ ਇੱਕ ਵਾਰ ਰਿਕੁਆਇਰਮੈਂਟ ਦੇਤੀਆਂ, ਠੀਕ ਹੈ ਜੀ, ਬਾਅਦ ਦੇ ਵਿੱਚੋਂ ਤੁਸੀਂ ਉਸ ਨੂੰ ਟਾਈਮ ਟੂ ਟਾਈਮ ਚੇਂਜਸ ਕਰੀ ਜਾਓ। ਉਸ ਦੇ ਨਾਲ ਕੀ ਹੋਏਗਾ, ਤੁਹਾਡਾ ਬਣ ਤਾਂ ਜਾਏਗਾ, ਚਲੋ ਚੇਂਜਸ ਵੀ ਹੋ ਜਾਣਗੇ, ਬਟ ਉਹ ਜਿਹੜਾ ਤੁਹਾਡਾ ਸਿਸਟਮ ਹੋਏਗਾ ਉਹ ਕੰਪਲੈਕਸ ਬਣ ਜਾਏਗਾ। ਤਾਂ ਡਿਵੈਲਪਰ ਦੇ ਲਈ ਰਿਕੁਆਇਰਮੈਂਟ ਸ਼ੁੱਡ ਬੀ ਕਲੀਅਰ। ਅਗਰ ਉਹਦੇ ਕੋਲ ਰਿਕੁਆਇਰਮੈਂਟ ਕਲੀਅਰ ਹੈ, ਉਹਨੂੰ ਅੰਡਰਸਟੈਂਡ ਹੈ, ਤਾਂ ਉਹ ਉਸ 'ਤੇ ਹੀ ਫੋਕਸ ਕਰਕੇ ਨੈਕਸਟ ਫੇਜ਼ 'ਤੇ ਜਾਏਗਾ। ਠੀਕ ਹੈ ਜੀ। ਇੱਥੇ ਕੀ ਤੁਹਾਡਾ ਬਣਦਾ ਹੁੰਦਾ SRS, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸੌਫਟਵੇਅਰ ਰਿਕੁਆਇਰਮੈਂਟ ਸਪੈਸੀਫਿਕੇਸ਼ਨ। ਇਹ ਇੱਕ ਲੀਗਲ ਡਾਕੂਮੈਂਟ ਹੈ ਜੀ। ਠੀਕ ਹੈ, ਇਹ ਤੁਹਾਡਾ ਲੀਗਲ ਡਾਕੂਮੈਂਟ ਹੈ ਸੌਫਟਵੇਅਰ ਰਿਕੁਆਇਰਮੈਂਟ ਸਪੈਸੀਫਿਕੇਸ਼ਨ, ਇੱਕ ਵਾਈਟ ਪੇਪਰ ਹੁੰਦਾ। ਠੀਕ ਹੈ, ਐਗਰੀਮੈਂਟ ਹੁੰਦਾ ਤੁਹਾਡੇ ਡਿਵੈਲਪਰ ਐਂਡ ਤੁਹਾਡੇ ਯੂਜ਼ਰ ਦੇ, ਕਿ ਕੱਲ੍ਹ ਨੂੰ ਕੋਈ ਇਹ ਨਾ ਕਹਿ ਸਕੇ ਵੀ ਤੁਸੀਂ ਇਹ ਰਿਕੁਆਇਰਮੈਂਟ ਦਿੱਤੀ ਸੀ ਅਤੇ ਇਹ ਤੁਸੀਂ ਫੁੱਲਫਿਲ ਨਹੀਂ ਕੀਤੀ। ਉਸ ਦੇ ਵਾਸਤੇ ਕੀ ਹੈ, ਇੱਕ ਲੀਗਲੀ ਡਾਕੂਮੈਂਟ ਜਨਰੇਟ ਹੁੰਦਾ ਜਿਸ ਨੂੰ ਕਹਿੰਦੇ ਆ ਸੌਫਟਵੇਅਰ ਰਿਕੁਆਇਰਮੈਂਟ ਸਪੈਸੀਫਿਕੇਸ਼ਨ। ਠੀਕ ਹੈ, ਇੱਕ ਵਾਰ ਤੁਸੀਂ ਰਿਕੁਆਇਰਮੈਂਟ ਦੇ ਤੀ, ਤੁਸੀਂ ਇਸ ਨੂੰ ਚੇਂਜ ਨਹੀਂ ਕਰ ਸਕਦੇ। ਠੀਕ ਹੈ ਜੀ। ਨੈਕਸਟ ਪੇਜ ਹੈ ਤੁਹਾਡਾ ਡਿਜ਼ਾਈਨਿੰਗ ਫੇਜ਼। ਡਿਜ਼ਾਈਨਿੰਗ ਫੇਜ਼ ਦੇ ਵਿੱਚ ਤੁਹਾਡਾ ਕੀ ਆਉਂਦਾ ਹੈ, ਜਦੋਂ ਤੁਹਾਡੀ ਰਿਕੁਆਇਰਮੈਂਟ ਕਲੀਅਰ ਹੋ ਗਈ, ਤੁਸੀਂ ਪਲਾਨ ਕਰ ਲਿਆ ਵੀ ਹਾਂ ਅਸੀਂ ਇਸ ਚੀਜ਼ 'ਤੇ ਕੰਮ ਕਰਨਾ, ਤੁਹਾਡੇ ਪ੍ਰੋਜੈਕਟ ਮੈਨੇਜਰ ਨੇ, ਤਾਂ ਉਸ ਨੂੰ ਉਹ ਡਿਜ਼ਾਈਨ ਕਰੇਗਾ, ਉਸ ਨੂੰ ਡਿਜ਼ਾਈਨ ਹੀ ਕਰੇਗਾ। ਡਿਜ਼ਾਈਨ ਅਗੇਨ 2 ਕਿਸਮ ਦਾ ਹੁੰਦਾ ਜੀ ਤੁਹਾਡਾ, ਓਵਰਵਿਊ ਡਿਜ਼ਾਈਨ ਐਂਡ ਡਿਟੇਲ ਡਿਜ਼ਾਈਨ।
डिजाइनिंग फेज तुहाडी रिक्वायरमेंट फेज की जो आउटपुट होएगी वो तुहाडी डिजाइनिंग फेज की इनपुट होएगी। ठीक है जी। इस दे विच तुहाडा जो डिवेलपर है वो तुहाडी सिस्टम की एक बार रिक्वायरमेंट स्पैसीफिकेशन होने तो बाद उसकी डिजाइनिंग फेज देखेगा किद्दां तुहाडा सिस्टम दिसेगा, तुहाडा सिस्टम की किद्दां उहदी इंटरफेस होएगा, सब कुछ जो वो डिजाइनिंग फेज के अंडर ही आंदा है। ठीक है जी। नैक्सट फेज तुहाडा की होएगा इंप्लीमेंटेशन आफ्टर डिजाइनिंग। देखो हर एक फेज की इंपोर्टेंस है इसदे विच। अगर एक पार्ट या तुहाडा एक फेज कंप्लीट नहीं हुंदा तां उस उन्ना टाइम तुसी दूसरे फेज ते नहीं जा सकते। एक फेज की आउटपुट दूसरे की इनपुट काम करती है, तो हर एक फेज इस लिए जरूरी है। एक प्रॉपर प्रोजैक्ट बनाने वास्ते, एक प्रॉपर तुहाडा जो सॉफ्टवेयर या प्रॉपर तुहाडी साइट बनती तो वो हर एक फेज दे विच कंप्लीट होनी चाहिए है, दैन ही वो एक प्रॉपर तो एक वधिया रिलायबल तुहाडा प्रोडक्ट बन के तैयार होएगा। तो नैक्सट की है तुहाडा इंप्लीमेंटेशन फेज। इंप्लीमेंटेशन फेज तो बाद की है तुहाडा अगर डिजाइनिंग फेज कंप्लीट हो जाता है तो उसकी आउटपुट इनपुट बनेगी इंप्लीमेंटेशन फेज दे। इंप्लीमेंटेशन की होंदी है जी, वो तुहाडा प्रोडक्ट है या तुहाडा प्रोजैक्ट है वो हैंडओवर किया जाता है प्रोग्रामर नूं कि मैंने रिक्वायरमेंट मेरी क्लीयर है जी। ठीक है, मैंने उसकी डिजाइनिंग कर ली भी मैंने इदा का प्रोजैक्ट चाहिए है, भी इदा की उसकी इंटरफेस होनी चाहिए है, इदा का बैकग्राउंड कलर, इदा का ये इदा का बैकग्राउंड कलर, इदा का फ्रंट व्यू होएगा। ठीक है, दैन उस पर आपां कोडिंग करांगे। आपां मतलब प्रोग्रामर उस पर क्या करेगा, प्रोग्रामर कोडिंग करेगा। ठीक है, इस दे विच प्रोग्रामर कोडिंग करेगा। कोडिंग करने तो बाद तुहाडा फेज आंदा है नैक्सट टैसटिंग फेज। जो उसते कोड बनाया सी आपां उसनूं फर्दर टैसट करांगे कि वो सिस्टम के अकॉर्डिंग बन रहा है, जिमें आपां डिजाइनिंग फेज दिता सी, जिद्दां आपां ने डिजाइन किया सी उस सिस्टम नूं उदां ही वो कोडिंग बनी है, रन हो रही है, चल रहा है ना वो सिस्टम। उस वास्ते की आपां करांगे टैसटिंग फेज के अंडर डिफरेंट टैसटिंग मेजरमेंट होंदियां ने, डिफरेंट टैसटिंग होंदी है जो आपां वो कंडक्ट करांगे। ठीक है जी। मेनली तुहाडी 3 किस्म की टैसटिंग होंदी है, यूनिट टैसटिंग, सिस्टम टैसटिंग एंड एक्सैप्टेंस टैसटिंग। टैसटिंग होर बहुत किस्म की है, मैनुअल टैसटिंग होंदी है, आटोमेटिक टैसटिंग होंदी है। आटोमेटिक टैसटिंग के एक मॉड्यूल बने होंगे जो कि सिस्टम खुद उसनूं आटोमेटिक टैसट करता है। बट मोर ओवर की है तुहाडा टैसटिंग फेज के जिहड़ियां 3 टैसटिंग ये मेन इंपोर्टेंट ने, यूनिट टैसटिंग, सिस्टम टैसटिंग एंड एक्सैप्टेंस टैसटिंग। ठीक है जी। जो तुहाडी कोड बनया हुंदा है उस डिजाइनिंग फेज के उत्ते उस कोड नूं टैसट किया जाता है पहला यूनिट टैसट। यूनिट टैसट की है, जिवें तुहाडे मॉड्यूल ने 10 मॉड्यूल ने, हर एक मॉड्यूल नूं यूनिट दे विच टैसट किया जाता है कि भी वो कल्ले कल्ले रन हो रहे हैं। ठीक है जी। इस तो बाद की है उन्होंने अंटायर नूं इकट्ठा करके टैसट किया जाता भी अगर वो कल्ले कल्ले रन हो रहे हैं, कल्ले कल्ला मॉड्यूल सही तुहाडा टैसट हो रहा तो दैन उसनूं सारे सिस्टम नूं तुहाडे नूं टैसट किया जाएगा। ठीक है जी। टैसट करने तो बाद अगर उसकी आउटपुट मतलब वो टैसट तुहाडी जो टैसटिंग है वो सही है, तुहाडी आउटपुट तो रिक्वायरमेंट के बराबर ही आ रही है, मतलब जिद्दां तुसीं सोचिया सी, जिद्दां प्रोग्रामर या डिवैलपर ने सोचा सी भी हाँ इदां दा ये वर्क करेगा तो उदां ही वर्क करे तो वो उत्थे उसनूं ना कहंदे एक्सैप्टेंस टैसटिंग। ठीक है जी। दैन की है सब कुछ डन होने तो बाद तुहाडा नैक्सट फेज है तुहाडा इंस्टॉलेशन फेज। इंस्टॉलेशन फेज दे विच की है वो जिहड़ा तुहाडा वर्किंग लोड हुंदा है, जो वर्किंग काम हुंदा वो आपां सर्वर ते लोड करते हैं। ठीक है जी। टैसट केसेस जो क्रिएट किए होंगे उन्होंने रन करते हैं। ठीक है, तो फाइनली आपां जो तुहाडा सक्सैसफुल सर्वर ते डाटा जो तुहाडा प्रोडक्ट लोड हो जाता है उस तो बाद की आपां हैंडओवर करते हैं यूजर नूं, हैंडओवर करते हैं यूजर नूं। इस तो बाद फिर नैक्सट पेज आंदा जो आपां इत्थे नहीं राइट डाउन किया वो हुंदा तुहाडा मेनटेनेंस। मेनटेनेंस की हुंदा है जिवें आपां कोई भी चीज़ आपां सपोज मोबाइल लैने या कुछ होर कोई भी चीज़ आपां लैने तो उसके वास्ते आपां कि टाइम टू टाइम उन्होंने मेनटेन रखते हैं ना, जिवें उसका सॉफ्टवेयर कराना हो गया या कोई आपां उसके कोई सॉफ्टवेयर अपडेट आ जाती है उन्होंने आपां अपडेट करते हैं टाइम टू टाइम। जो कंपनी के रिलायबल होंगे, जो कंपनी के लीगल प्रोसीजरस होंगे, पॉलिसीज होंगे उन्होंने आपां फॉलो करनी पैंदियां। उदां ही ये तुहाडा अंटायर सिस्टम की मेनटेनेंस होंदी है टाइम टू टाइम। अगे मेनटेनेंस बारे भी आपां डिटेल दे विच गल करांगे, मेनटेनेंस किन्ने किस्म की होंदी है तो मेनटेनेंस हर एक मेनटेनेंस का की रोल होंदा है हर एक सिस्टम दे विच। तो वो आपां नैक्सट टॉपिक्स दे विच
डिस्कस करांगे। तो अज का जो सीगा सिस्टम डिवेलपमेंट लाइफ साइकिल, एक लाइफ साइकिल है, हर एक फेज़ की आउटपुट नैक्सट फेज़ की इनपुट लिए काम करेगी। जिन्ना चिर तुहाडा एक फेज़ कंप्लीट नहीं हुंदा तुसीं दूसरे फेज़ से शिफ्ट नहीं कर सकते। तो आपां इस दे विच डिस्क्रिप्टिव मॉडल डिस्कस किया, प्रिस्क्रिप्टिव मॉडल डिस्कस किया एंड इस दे जो फेजेस ने, जो इस दे इंटायर फेजेस ने उन्होंने आपां ने डिस्कस किया। आई होप कि तुहानूं ये टॉपिक समझ आ गया होएगा। ठीक है जी, धन्यवाद।